ਗੁੱਡ ਮਾਰਨਿੰਗ ਸਟੂਡੈਂਟਸ। ਰਜੇ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਮੈਨੇਜਮੈਂਟ ਕੀ ਹੁੰਦਾ ਹੈ। ਪਹਿਲਾਂ ਆਪਾਂ ਪੜ੍ਹਿਆ ਵੀ, ਕਲਾਸ 'ਚ ਵੀ ਡਿਸਕਸ ਕੀਤਾ ਹੈ ਅਤੇ ਇਹਦੇ ਪ੍ਰਿੰਸੀਪਲਸ ਬੇਸਿਕਲੀ ਆਪਾਂ ਪੜ੍ਹਾਂਗੇ। ਹਾਂਜੀ, ਮੈਨੇਜਮੈਂਟ ਆਪਾਂ ਉਹਦੇ ਡਿਸਕਸ ਕੀਤਾ ਸੀ ਕਿ ਮੈਨੇਜਮੈਂਟ ਦੂਜਿਆਂ ਤੋਂ ਕੰਮ ਕਰਵਾਉਣ ਦੀ ਇੱਕ ਕਲਾ ਹੈ, ਯਾਨੀ ਕਿ ਮੈਨੇਜਮੈਂਟ ਇਜ਼ ਆਰਟ ਆਫ ਗੈਟਿੰਗ ਥਿੰਗ ਡਨ ਥਰੂ ਅਦਰਸ। ਠੀਕ ਹੈ, ਬੇਸਿਕਲੀ ਮੈਨੇਜਮੈਂਟ ਦੇ ਜਿਹੜੇ ਫੰਕਸ਼ਨ ਸੀਗੇ ਉਹ ਮੈਂ ਤੁਹਾਨੂੰ ਕਿਵੇਂ ਯਾਦ ਕਰਵਾਏ ਸੀਗੇ। POSDCO ਤੇ C। ਠੀਕ ਹੈ, 6 ਫੰਕਸ਼ਨ ਸੀਗੇ। ਕਿਹੜੇ ਕਿਹੜੇ? P ਦਾ ਮਤਲਬ ਪਲੈਨਿੰਗ, ਵੀ ਮੈਨੇਜਮੈਂਟ ਵਿੱਚ ਪਹਿਲਾਂ ਪਲੈਨਿੰਗ ਕੀਤੀ ਜਾਂਦੀ ਹੈ। O ਦਾ ਮਤਲਬ ਔਰਗੇਨਾਈਜ਼ਿੰਗ, ਠੀਕ ਹੈ, ਆ ਪਲੈਨਿੰਗ ਹੋ ਗਿਆ ਔਰਗੇਨਾਈਜ਼ਿੰਗ। S ਦਾ ਮਤਲਬ ਸਟਾਫਿੰਗ, ਠੀਕ ਹੈ। D ਦਾ ਮਤਲਬ ਡਾਇਰੈਕਟਿੰਗ। CO ਦਾ ਮਤਲਬ ਬੇਟਾ ਕੋਆਰਡੀਨੇਸ਼ਨ, ਠੀਕ ਹੈ, ਕੋਆਰਡੀਨੇਸ਼ਨ। ਤੇ ਇੱਕ C ਦਾ ਮਤਲਬ ਕੰਟਰੋਲਿੰਗ। ਇਹਨਾਂ ਨੂੰ ਸਟੈਪ ਬਾਏ ਸਟੈਪ ਤੁਹਾਨੂੰ ਮੈਂ ਕਿਹਾ ਸੀ ਯਾਦ ਕਰ ਲਿਓ। P ਪਲੈਨਿੰਗ, O ਔਰਗੇਨਾਈਜ਼ਿੰਗ, S ਸਟਾਫਿੰਗ, D ਡਾਇਰੈਕਟਿੰਗ, CO ਕੋਆਰਡੀਨੇਸ਼ਨ ਤੇ ਲਾਸਟ ਇਜ਼ ਦਾ ਕੰਟਰੋਲਿੰਗ। ਮਤਲਬ ਇਹ ਜਿਹੜੇ 6 ਫੰਕਸ਼ਨਸ ਨੇ, ਇਹਨਾਂ 6 ਫੰਕਸ਼ਨਸ ਨੂੰ ਮਿਲਾ ਕੇ ਕੀ ਬਣਦਾ? ਇੱਕ ਮੈਨੇਜਮੈਂਟ ਬਣਦਾ ਗਾ। ਠੀਕ ਹੈ, ਮੈਨੇਜਮੈਂਟ ਜਿਹੜਾ ਗਾ ਕਿਸੇ ਵੀ ਔਰਗੇਨਾਈਜੇਸ਼ਨ ਦਾ ਸਭ ਤੋਂ ਪਹਿਲਾ ਫੰਕਸ਼ਨ ਹੀ ਹੁੰਦਾ ਹੈ ਕਿ ਮੈਨੇਜ ਕਰਨਾ। ਠੀਕ ਹੈ, ਕੰਮਾਂ ਨੂੰ ਮੈਨੇਜ ਕਰਨਾ। ਅੱਛਾ, ਇਹ ਤਾਂ ਹੋ ਗਿਆ ਸੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ। ਮੈਨੇਜਮੈਂਟ ਦਾ ਅੱਜ ਜਿਹੜਾ ਮੇਨ ਟੌਪਿਕ ਹੈ ਉਹ ਟੌਪਿਕ ਇਹ ਹੈ ਕਿ ਪ੍ਰਿੰਸੀਪਲਸ ਆਫ ਮੈਨੇਜਮੈਂਟ, ਕਿ ਮੈਨੇਜਮੈਂਟ ਜਿਹੜਾ ਗਾ ਉਹ ਕਿਹੜੇ ਸਿਧਾਂਤਾਂ 'ਤੇ ਬੇਸਡ ਹੈ। ਠੀਕ ਹੈ, ਉਹਦੇ ਵਾਸਤੇ ਆਪਣੇ ਕੋਲ ਹੈਗੇ ਆ ਬੇਟਾ ਹੈਨਰੀ ਫਿਊਲ ਦੇ ਪ੍ਰਿੰਸੀਪਲਸ। ਠੀਕ ਹੈ, ਹੈਨਰੀ ਫਿਊਲ ਦੇ ਜਿਹੜੇ ਪ੍ਰਿੰਸੀਪਲਸ ਨੇ ਬੇਟਾ, ਹੈਨਰੀ ਫਿਊਲ ਦੇ, ਠੀਕ ਹੈ। ਹੈਨਰੀ ਫਿਊਲ ਜਿਹੜਾ ਆ ਇੱਕ ਬੇਟਾ ਫਰਾਂਸ ਦਾ ਪਰਸਨ ਸੀਗਾ, ਠੀਕ ਹੈ, ਜਿਹਨੇ ਮਤਲਬ ਇਹਨੇ ਪ੍ਰਿੰਸੀਪਲ ਦਿੱਤੇ ਆ। ਅੱਛਾ, ਤੁਹਾਨੂੰ ਕੁਐਸਚਨ ਆ ਜਾਂਦਾ ਕਿ ਮੈਨੇਜਮੈਂਟ ਪ੍ਰਿੰਸੀਪਲ ਦੇ ਮੈਨੇਜਮੈਂਟ ਦਾ ਫਾਦਰ ਕੌਣ ਹੈ? ਦੈਟ ਇਜ਼ ਦਾ ਹੈਨਰੀ ਫਿਊਲ। ਠੀਕ ਹੈ, ਹੈਨਰੀ ਫਿਊਲ ਇਜ਼ ਦਾ ਫਾਦਰ ਆਫ ਪ੍ਰਿੰਸੀਪਲ ਆਫ ਮੈਨੇਜਮੈਂਟ। ਇਹਨੇ ਆਪਣੀ ਥਿਊਰੀ ਦੇ ਵਿੱਚ ਯਾਨੀ ਕਿ ਪ੍ਰਿੰਸੀਪਲ ਮੈਨੇਜਮੈਂਟ ਦੇ ਪ੍ਰਿੰਸੀਪਲ ਦੇ ਵਿੱਚ 14 ਪ੍ਰਿੰਸੀਪਲ ਦਿੱਤੇ ਨੇ। ਆਪਾਂ ਅੱਜ ਥੋੜ੍ਹੇ ਜਿਹੇ ਡਿਸਕਸ ਕਰਾਂਗੇ ਬੇਟਾ, ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ। ਅੱਛਾ, ਉਹਨੇ ਇੱਕ ਮਤਲਬ ਫੈਕਟਰੀ ਦੇ ਵਿੱਚ ਕੰਮ ਕੀਤਾ ਹੈ, ਠੀਕ ਹੈ, ਬਹੁਤ ਛੋਟੀ ਪੋਸਟ 'ਤੇ ਕੰਮ ਕੀਤਾ ਹੈ ਅਤੇ ਉਹਨੇ ਦੇਖਿਆ ਮਤਲਬ ਕਾਫੀ ਮਿਹਨਤ ਕੀਤੀ, ਮਿਹਨਤ ਕਰਕੇ ਉਹ ਬਹੁਤ ਬੜੇ ਲੈਵਲ 'ਤੇ ਆਪਣਾ ਮੁਕਾਮ ਉਹਨੇ ਹਾਸਿਲ ਕੀਤਾ ਹੈ। ਕੰਮ ਕਰਦੇ ਕਰਦੇ ਉਹਨੂੰ ਲੱਗਿਆ ਕਿ ਮੈਨੇਜ ਕਰਨ ਵਾਸਤੇ ਯਾਨੀ ਕਿ ਬਿਜ਼ਨਸ ਨੂੰ ਮੈਨੇਜ ਕਰਨ ਵਾਸਤੇ ਕੁਛ ਕੁ ਪ੍ਰਿੰਸੀਪਲਸ ਹੋਣੇ ਚਾਹੀਦੇ ਨੇ। ਪ੍ਰਿੰਸੀਪਲਸ ਮੀਨ ਸਿੰਪਲ ਗਾਈਡਲਾਈਨਸ, ਸਿਧਾਂਤ ਹੋਣੇ ਚਾਹੀਦੇ ਜਿਨ੍ਹਾਂ ਨੂੰ ਫੋਲੋ ਕਰਕੇ ਕੋਈ ਵੀ ਕੰਮ ਨੂੰ ਕੀ ਕੀਤਾ ਜਾਂਦਾ ਗਾ, ਮੈਨੇਜ ਕਰਿਆ ਜਾਂਦਾ ਗਾ। ਹੁਣ ਤੁਸੀਂ ਇਹਦੇ ਜੇ ਪ੍ਰਿੰਸੀਪਲਸ ਪੜ੍ਹੋਗੇ ਨਾ ਇੱਕ ਇੱਕ ਕਰਕੇ, ਤੁਹਾਨੂੰ ਆਪਣੇ ਆਪ ਲੱਗੇਗਾ ਕਿ ਵਾਕਈ ਇਹ ਪ੍ਰਿੰਸੀਪਲਸ ਬਹੁਤ ਸਿੰਪਲ ਜਿਹੇ ਨੇ, ਕੋਈ ਡਿਫੀਕਲਟ ਨਹੀਂ ਹੈਗੇ ਅਤੇ ਹਰ ਇੱਕ ਜਗ੍ਹਾ ਅਪਲਾਈ ਹੋਣ ਵਾਲੇ ਨੇ। ਠੀਕ ਹੈ, ਅਤੇ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਉਹ ਪ੍ਰਿੰਸੀਪਲਸ ਸਟਾਰਟ ਕਰਨ ਲੱਗੇ ਹਾਂ ਬੇਟਾ। ਹਾਂਜੀ, ਪਹਿਲਾ ਪ੍ਰਿੰਸੀਪਲ ਹੈਗਾ ਬੇਟਾ ਇਹਦੇ ਵਿੱਚ, ਪਹਿਲਾ ਪ੍ਰਿੰਸੀਪਲ ਦੈਟ ਇਜ਼ ਡਿਵੀਜ਼ਨ ਆਫ ਵਰਕ। ਪੰਜਾਬੀ 'ਚ ਬੋਲਦੇ ਆ ਕੰਮ ਨੂੰ ਵੰਡਣਾ। ਹੈਨਰੀ ਫਿਊਲ ਨੇ ਸਿੰਪਲ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਬਿਜ਼ਨਸ ਦਾ ਕੰਮ ਹੋਏਗਾ ਜਾਂ ਕਿਸੇ ਵੀ ਸੰਸਥਾ ਦਾ ਕੰਮ ਹੋਏਗਾ, ਇਕੱਲਾ ਇੱਕ ਪਰਸਨ 'ਤੇ ਨਹੀਂ ਹੋਣਾ ਚਾਹੀਦਾ। ਮਤਲਬ ਇੱਕ ਪਰਸਨ ਨੂੰ ਨਹੀਂ ਦੇਣਾ ਚਾਹੀਦਾ, ਕਿਉਂਕਿ ਜੇ ਆਪਾਂ ਇੱਕ ਪਰਸਨ ਨੂੰ ਸਾਰਾ ਕੰਮ ਦੇ ਦਾਂਗੇ ਤਾਂ ਉਹ ਪਰਸਨ 'ਤੇ ਬੋਝ ਪੈ ਜਾਏਗਾ, ਟੈਨਸ਼ਨ ਹੋ ਜਾਏਗੀ ਉਹਨੂੰ, ਅਤੇ ਆਪਣਾ ਕੰਮ ਪ੍ਰੋਪਰ ਨਹੀਂ ਕਰ ਪਾਏਗਾ। ਤਾਂ ਇਸ ਕਰਕੇ ਹੈਨਰੀ ਫਿਊਲ ਨੇ ਕਿਹਾ ਹੈ ਕਿ ਜਿਹੜਾ ਬਿਜ਼ਨਸ ਦਾ ਕੰਮ ਹੈ ਉਹਨੂੰ ਪ੍ਰੋਪਰਲੀ ਡਿਵਾਈਡ ਕਰੋ। ਠੀਕ ਹੈ, ਵੀ ਇੰਨੇ ਪਰਸਨ ਨੇ ਇੰਨਾ ਕੰਮ ਕਰਨਾ, ਇਹਨੇ ਆਹ ਕੰਮ ਕਰਨਾ, ਦੂਜੇ ਨੇ ਆਹ ਕੰਮ ਕਰਨਾ, ਤੀਜੇ ਨੇ ਆਹ, ਚੌਥੇ ਨੇ ਇਹ, ਤਾਂ ਕਿ ਜਿਹੜਾ ਕੰਮ ਆ ਸਮੂਥਲੀ ਬਿਨਾਂ ਇੰਨੀ ਬਰਡਨ ਤੋਂ ਹੁੰਦਾ ਰਹੇ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ, ਦੇਖੋ ਕੰਪਨੀ ਹੈਜ਼ ਡਿਵਾਈਡਡ ਵਰਕ ਇਨਟੂ ਮੈਨੀ ਪਾਰਟਸ। ਵੀ ਕੰਪਨੀ ਕੀ ਕਰੂਗੀ, ਆਪਣੇ ਕੰਮ ਨੂੰ ਥੋੜ੍ਹੇ ਥੋੜ੍ਹੇ ਪਾਰਟਸ ਵਿੱਚ ਵੰਡ ਦੂਗੀ। ਸਾਰੇ ਜਿਹੜੇ ਪਰਸਨ ਉੱਥੇ ਹੋਣਗੇ ਉਹ ਉਸ ਆਪਣੇ ਟਾਸਕ ਨੂੰ ਰਿਪੀਟਲੀ ਮਤਲਬ ਸੇਮ ਉਹੀ ਕੰਮ ਕਰਦੇ ਰਹਿਣਗੇ। ਉਹਨੂੰ ਬੋਲਦੇ ਆ ਡਿਵੀਜ਼ਨ ਆਫ ਵਰਕ। ਵੀ ਕਦੇ ਵੀ ਸਾਰਾ ਕੰਮ ਇੱਕ ਬੰਦੇ ਨੂੰ ਨਹੀਂ ਦੇਣਾ, ਸਾਰੇ ਕੰਮ ਨੂੰ ਚੰਗੀ ਤਰ੍ਹਾਂ ਜਿੰਨੇ ਵੀ ਇੰਪਲੋਈਜ਼ ਹੈਗੇ ਨੇ ਉਹਨਾਂ ਵਿੱਚ ਵੰਡਣਾ, ਉਹਨੂੰ ਬੋਲਦੇ ਆ ਡਿਵੀਜ਼ਨ ਆਫ ਵਰਕ। ਸੈਕਿੰਡ ਬੇਟਾ ਆਉਂਦਾ ਹੈ ਅਥੋਰਿਟੀ। ਵੈਸੇ ਬੈਲੈਂਸ ਆਫ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ ਹੁੰਦਾ ਬੇਟੇ, ਪਰ ਆਪਾਂ ਚਲੋ ਅਥੋਰਿਟੀ ਦਾ ਮਤਲਬ ਹੁੰਦਾ ਅਧਿਕਾਰ, ਰਿਸਪੋਂਸੀਬਿਲਿਟੀ ਦਾ ਮਤਲਬ ਹੁੰਦਾ ਬਸ ਬੇਟਾ ਜ਼ਿੰਮੇਵਾਰੀ। ਹੈਨਰੀ ਫਿਊਲ ਨੇ ਕਿਹਾ ਕਿ ਬਿਜ਼ਨਸ ਦੇ ਵਿੱਚ ਜੇਕਰ ਤੁਸੀਂ ਕਿਸੇ ਤੋਂ ਕੰਮ ਕਰਵਾਉਣਾ ਹੈ, ਆਪਣੇ ਵਰਕਰਸ ਤੋਂ, ਇੰਪਲੋਈਜ਼ ਤੋਂ, ਕਿ ਮੈਨੇਜਰ ਨੇ ਜੇ ਇਹ ਕੰਮ ਕਰਵਾਉਣਾ ਹੈ
ਤਾਂ ਉਹਨੂੰ ਅਥੋਰਿਟੀ ਜ਼ਰੂਰ ਦਿਓ। ਅਥੋਰਿਟੀ ਦਾ ਮੀਨਸ ਅਧਿਕਾਰ, ਠੀਕ ਹੈ। ਜਿੰਨਾ ਚਿਰ ਉਹ ਅਥੋਰਿਟੀ ਨਹੀਂ ਦੇਵਾਂਗੇ ਤਾਂ ਵਰਕਰ ਕੋਈ ਵੀ ਕੰਮ ਨਹੀਂ ਕਰੇਗਾ। ਬਿਨਾਂ ਅਥੋਰਿਟੀ ਤੋਂ ਕੋਈ ਵੀ ਵਰਕਰ, ਕੋਈ ਵੀ ਇੰਪਲੋਈ ਕੰਮ ਨਹੀਂ ਕਰੇਗਾ। ਪਹਿਲਾਂ ਕੀ ਦਿਓ? ਅਥੋਰਿਟੀ। ਅੱਛਾ, ਰਿਸਪੌਂਸਿਬਿਲਟੀ ਉਸੇ ਪਰਸਨ ਦੀ ਰਹੂਗੀ, ਠੀਕ ਹੈ। ਜਿਵੇਂ ਮੰਨ ਲਓ ਟੌਪ ਲੈਵਲ ਨੇ ਕੰਮ ਕਰਵਾਉਣਾ, ਮਿਡਲ ਲੈਵਲ 'ਚ ਮੈਨੇਜਰਸ ਨੂੰ ਕੰਮ ਦੇਤਾ, ਮੈਨੇਜਰਸ ਰਿਸਪੌਂਸੀਬਲ ਹੋਣਗੇ ਉਸ ਕੰਮ ਦੇ, ਪਰ ਮੈਨੇਜਰਸ ਨੇ ਆਪ ਨਹੀਂ ਕੰਮ ਕਰਨਾ, ਉਹਨਾਂ ਨੇ ਆਪਣੇ ਕੰਮ ਨੂੰ ਗਾਹਾਂ ਵੰਡ ਦੇਣਾ ਗਾ, ਯਾਨੀ ਕਿ ਅਥੋਰਿਟੀ ਦੇਣੀ ਹੈ, ਰਿਸਪੌਂਸਿਬਿਲਟੀ ਨਹੀਂ ਦੇਣੀ। ਰਿਸਪੌਂਸਿਬਿਲਟੀ ਉਸ ਮੈਨੇਜਰ ਦੀ ਹੀ ਰਹੂਗੀ, ਠੀਕ ਹੈ ਬੇਟਾ। ਕਹਿੰਦੇ ਅਥੋਰਿਟੀ ਅਤੇ ਰਿਸਪੌਂਸਿਬਿਲਟੀ ਜਿਹੜੇ ਬੇਟਾ ਬਹੁਤ ਕਲੋਜ਼ਲੀ ਰਿਲੇਟਡ ਹੈ, ਠੀਕ ਹੈ, ਇੱਕ ਦੂਜੇ ਨਾਲ ਬਹੁਤ, ਠੀਕ ਹੈ। ਹੈਨਰੀ ਫਿਊਲ ਨੇ ਕਿਹਾ ਕਿ ਜਦੋਂ ਵੀ ਤੁਸੀਂ ਕਿਸੇ ਤੋਂ ਕੰਮ ਕਰਵਾਉਣਾ ਗਾ ਤਾਂ ਤੁਸੀਂ ਪਹਿਲਾਂ ਉਹਨੂੰ ਸਹੀ ਆਰਡਰ ਦਿਓ, ਠੀਕ ਹੈ। ਸਹੀ ਮਾਇੰਡ 'ਚ ਕਹੋ ਵੀ ਹਾਂ ਤੁਹਾਡੇ ਕੋਲ ਇਹ ਕੰਮ ਕਰਨ ਦੀ ਅਥੋਰਿਟੀ ਹੈ, ਠੀਕ ਹੈ। ਫਿਰ ਉਹ ਅਥੋਰਿਟੀ ਦਿਓ। ਰਿਸਪੌਂਸਿਬਿਲਟੀ ਦਾ ਮਤਲਬ ਕਿ ਜ਼ਿੰਮੇਵਾਰ ਉਹੀ ਪਰਸਨ ਰਹੂਗਾ ਜਿਹੜਾ ਗਾਹਾਂ ਅਥੋਰਿਟੀ ਨੂੰ ਦੇ ਰਿਹਾ ਗਾ, ਠੀਕ ਹੈ। ਹੁਣ ਮੰਨ ਲਓ ਕੋਈ ਕੰਪਨੀ ਆ, ਕੰਪਨੀ 'ਚ ਸਰਵੇ ਕੀਤਾ ਗਿਆ। ਕੀ ਸਰਵੇ ਕੀਤਾ ਗਿਆ ਕਿ ਕੀ ਸਾਰੇ ਮਤਲਬ ਡੂ ਯੂ ਹੈਵ ਆਲ ਦਾ ਅਥੋਰਿਟੀ ਕਨੈਕਟਡ ਵਿਦ ਯੂਰ ਵਰਕ, ਕੀ ਸਾਰਿਆਂ ਕੋਲ ਕੰਮ ਦੀ ਅਥੋਰਿਟੀ ਹੈ, ਠੀਕ ਹੈ। ਆਪਾਂ ਮਤਲਬ ਮੰਨ ਲਓ 20% ਸੀਗੇ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਅਤੇ 14% ਕਹਿ ਰਹੇ ਯੈਸ ਵੀ ਹੈਵ ਅਥੋਰਿਟੀ ਟੂ ਡੂ ਐਨੀ ਵਰਕ, ਠੀਕ ਹੈ। 3 ਕਹਿ ਰਹੇ ਵੀ ਨੋ ਵੀ ਹੈਵ ਨੋ ਅਥੋਰਿਟੀ ਐਂਡ 3 ਦਾ ਕੋਈ ਰਿਸਪੌਂਸ ਨਹੀਂ ਆਇਆ। ਟੋਟਲ ਆਪਾਂ 20 ਇੰਪਲੋਈਜ਼ ਤੋਂ ਸਰਵੇ ਕੀਤਾ। ਇਟ ਮੀਨਸ ਇਹ ਜਿਹੜੀ ਕੰਪਨੀ ਹੈ ਜਿਨ੍ਹਾਂ ਦਾ ਇਹ ਸਰਵੇ ਆਪਾਂ ਕੀਤਾ ਹੈ, ਉਹ ਕੰਪਨੀ ਖੁਦ ਰਿਸਪੌਂਸੀਬਲ ਹੋਏਗੀ, ਠੀਕ ਹੈ, ਕਿਉਂਕਿ ਉਹਨੇ ਅਥੋਰਿਟੀਜ਼ ਨੂੰ, ਇੰਪਲੋਈਜ਼ ਨੂੰ ਜਿਹੜਾ ਅਥੋਰਿਟੀ ਆ ਉਹ ਦੇ ਦਿੱਤੀ ਗਈ ਆ, ਕੰਮ ਕਰਨ ਦੀ ਅਥੋਰਿਟੀ ਦੇ ਦਿੱਤੀ ਗਈ ਆ। ਇਸ ਲਈ ਕੋਈ ਵੀ ਕੰਮ ਦੀ ਰਿਸਪੌਂਸਿਬਿਲਟੀ ਜਿਹੜੀ ਆ ਉਹ ਪਰਟੀਕੂਲਰ ਮੈਨੇਜਰ ਦੀ ਹੀ ਹੋਏਗੀ, ਠੀਕ ਹੈ ਜੀ। ਹੋ ਗਿਆ ਬੇਟਾ। ਉਸ ਤੋਂ ਬਾਅਦ ਬੇਟਾ ਅੱਗੇ ਆਉਂਦਾ ਹੈ ਡਿਸਿਪਲਨ। ਡਿਸਿਪਲਨ ਦਾ ਮਤਲਬ ਹੁੰਦਾ ਬੇਟਾ ਅਨੁਸ਼ਾਸਨ। ਓਬਵੀਅਸ ਜੀ ਗੱਲ ਹੈ, ਜਿਵੇਂ ਤੁਸੀਂ ਵੀ ਕਾਲਜ ਔਰ ਸਕੂਲ 'ਚ ਪੜ੍ਹਦੇ ਹੋ, ਡਿਸਿਪਲਨ ਦਾ ਹੋਣਾ ਬਹੁਤ ਜ਼ਰੂਰੀ ਹੈ। ਸੇਮ ਇਸੇ ਤਰ੍ਹਾਂ ਹੈਨਰੀ ਫਿਊਲ ਨੇ ਕੀ ਕਿਹਾ ਕਿ ਜੇ ਆਰਗੇਨਾਈਜੇਸ਼ਨ ਦਾ ਆਪਾਂ ਆਪਣੇ ਇੰਪਲੋਈਜ਼ ਤੋਂ, ਵਰਕਰਸ ਤੋਂ ਕੰਮ ਕਰਵਾਉਣਾ ਹੈ ਅਤੇ ਉੱਥੇ ਕੀ ਹੋਣੀ ਚਾਹੀਦੀ ਹੈ? ਡਿਸਿਪਲਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਠੀਕ ਹੈ ਬੇਟਾ। ਜਿਵੇਂ ਮੋਬਾਈਲ ਫੋਨ ਆਰ ਨੋਟ ਅਲਾਊਡ, ਠੀਕ ਹੈ। ਲਾਇਬ੍ਰੇਰੀ ਵਿੱਚ ਚੁੱਪ ਕਰਕੇ ਬੈਠਣਾ ਹੈ, ਇਹ ਸਾਰੇ ਕੀ ਨੇ? ਡਿਸਿਪਲਨ ਆ। ਸੇਮ ਇਸੇ ਤਰ੍ਹਾਂ ਬੇਟਾ ਕੰਪਨੀ ਦੇ ਵਿੱਚ ਵੀ ਹੁੰਦਾ ਗਾ। ਅਤੇ ਹੈਨਰੀ ਫਿਊਲ ਨੇ ਕਿਹਾ ਜਿਹੜੀ ਕੰਪਨੀ ਡਿਸਿਪਲਨ ਦੇ ਨਾਲ ਕੰਮ ਕਰੇਗੀ ਉਹ ਕੰਪਨੀ ਸਮੂਥਲੀ ਚੱਲਦੀ ਰਹੇਗੀ। ਅਤੇ ਇੱਕ ਰਾਜੇ ਆਉਂਦਾ ਵੈਰੀ ਇੰਪੋਰਟੈਂਟ, ਦੈਟ ਇਜ਼ ਦ ਯੂਨਿਟੀ ਆਫ ਕਮਾਂਡ, ਠੀਕ ਹੈ। ਆਪਣਾ 4th ਹੈ ਇਹ। ਪਹਿਲਾ ਡਿਵੀਜ਼ਨ ਆਫ ਵਰਕ ਵੀ ਕੰਮ ਨੂੰ ਵੰਡਣਾ, ਦੂਸਰਾ ਅਥੋਰਿਟੀ ਐਂਡ ਰਿਸਪੌਂਸਿਬਿਲਟੀ ਅਧਿਕਾਰ ਅਤੇ ਜ਼ਿੰਮੇਵਾਰੀ ਦੇਣਾ, ਤੀਸਰਾ ਸੀਗਾ ਬੇਟਾ ਡਿਸਿਪਲਨ, ਅਤੇ ਚੌਥਾ ਹੈਗਾ ਬੇਟਾ ਆਪਣੇ ਕੋਲ ਯੂਨਿਟੀ ਆਫ ਕਮਾਂਡ, ਜਿਹਨੂੰ ਬੋਲਦੇ ਆ ਕਮਾਂਡ ਮੀਨਸ ਆਰਡਰ, ਯੂਨਿਟੀ ਮੀਨਸ ਏਕਤਾ। ਇਹਦਾ ਮਤਲਬ ਕਿ ਜਿਹੜਾ ਵਰਕਰਸ ਹੈ ਉਹ ਆਰਡਰਸ ਲੈਣਗੇ ਸਿਰਫ ਇੱਕ ਮੈਨੇਜਰ ਤੋਂ। ਵਰਕਰਸ ਨੂੰ ਸਿਰਫ ਇੱਕ ਮੈਨੇਜਰ ਹੀ ਆਰਡਰ ਦੇ ਸਕਦਾ ਗਾ, ਠੀਕ ਹੈ। ਕਿਉਂਕਿ ਜੇ 2 ਜਾਂ 2 ਤੋਂ ਵੱਧ ਮੈਨੇਜਰਸ ਆਰਡਰ ਦੇਣਗੇ ਤਾਂ ਉਹਦੇ ਨਾਲ ਕੀ ਹੋਏਗਾ? ਉਹ ਵਰਕਰ ਕਨਫਿਊਜ਼ਡ ਹੋ ਜਾਏਗਾ ਕਿ ਮੈਂ ਕਿਹੜੇ ਮੈਨੇਜਰ ਦਾ ਕੰਮ ਕਰਾਂ, ਕਿਹਦਾ ਨਾ ਕਰਾਂ। ਇਸ ਲਈ ਵਰਕਰ ਸ਼ੁੱਡ ਰਿਸੀਵ ਆਰਡਰ ਫਰੋਮ ਓਨਲੀ 1 ਮੈਨੇਜਰ, ਕਿ ਉਹਨੂੰ ਇੱਕ ਮੈਨੇਜਰ ਹੀ ਆਰਡਰ ਦੇ ਸਕਦਾ ਗਾ। ਕੰਪਨੀ 'ਚ ਸਰਵੇ ਕੀਤਾ ਬੇਟਾ। ਕੰਪਨੀ 'ਚ ਸਰਵੇ ਕਰਕੇ ਕੁਐਸਚਨ ਪੁੱਛਿਆ ਗਿਆ ਕਿ ਕੀ ਤੁਹਾਨੂੰ ਇੱਕ ਤੋਂ ਜ਼ਿਆਦਾ ਬੌਸ ਦੇ ਆਰਡਰ ਆਉਂਦੇ ਨੇ? ਵਰਕਰਸ ਨੂੰ ਪੁੱਛਿਆ ਗਿਆ ਕਿ ਕੀ ਤੁਹਾਨੂੰ ਇੱਕ ਤੋਂ ਵੱਧ ਬੌਸ ਦੇ ਆਰਡਰਸ ਆਉਂਦੇ ਨੇ? 2 ਵਰਕਰਸ ਨੇ ਕਿਹਾ ਯੈਸ, 16 ਵਰਕਰਸ ਨੇ ਕਿਹਾ ਨੋ, 2 ਦਾ ਕੋਈ ਰਿਸਪੌਂਸ ਨਹੀਂ ਰਿਹਾ ਬੇਟਾ। ਯਾਨੀ ਕਿ ਇਹ ਕੰਪਨੀ ਨੂੰ ਪਤਾ ਆ ਕਿ ਅਸੀਂ ਯੂਨਿਟੀ ਆਫ ਕਮਾਂਡ ਦਾ ਪ੍ਰਿੰਸੀਪਲ ਫੋਲੋ ਕਰਨਾ ਹੈ, ਠੀਕ ਹੈ। ਕਿਉਂਕਿ ਇਹ 'ਚ ਮੈਚਿਓਰਿਟੀ ਕੀ ਹੈ ਕਿ ਸਾਨੂੰ ਸਿਰਫ ਇੱਕ ਬੌਸ, ਇੱਕ ਮੈਨੇਜਰ ਹੀ ਆਰਡਰ ਦਿੰਦਾ, ਮਤਲਬ ਇੱਕ ਬੌਸ ਇੱਕ ਵਰਕਰ ਨੂੰ ਆਰਡਰ ਦੇ ਸਕਦਾ ਗਾ, 2 ਬੌਸ ਵਰਕਰਸ ਨੂੰ ਆਰਡਰ ਨਹੀਂ ਦੇਣਗੇ। ਸਿਰਫ ਇੱਕ ਮੈਨੇਜਰ ਆਪਣੇ ਵਰਕਰਸ ਨੂੰ ਆਰਡਰ ਦੇ ਸਕਦਾ ਹੈ। ਰਾਜੇ ਅੱਜ 4 ਪ੍ਰਿੰਸੀਪਲਸ ਕਰਾਏ ਨੇ, ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣਗੀ। ਫਿਰ ਵੀ ਜੇ ਤੁਹਾਨੂੰ ਡਾਊਟ ਹੋਇਆ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ ਬੇਟਾ। ਓਕੇ ਬੇਟਾ, ਥੈਂਕ ਯੂ।